ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, NSTC ਵੱਲੋਂ ਚਲਾਏ ਗਏ ਸਬਜੈਕਟ ਅਧੀਨ NSQF ਵਿੱਚ ਵੱਖ-ਵੱਖ ਟ੍ਰੇਡਸ ਵੱਖ-ਵੱਖ ਗੌਰਮੈਂਟ ਸਕੂਲਸ ਵਿੱਚ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਹੀ ਮੈਂ ਅੱਜ ਤੁਹਾਨੂੰ +1 ਕਲਾਸ ਦੇ ਯੂਨਿਟ 2 ਦੇ ਵਿਸ਼ੇ ਰੋਲ ਆਫ GDA ਇਨ ਪੇਸ਼ੈਂਟ ਕੇਅਰ ਬਾਰੇ ਦੱਸਾਂਗੀ। ਰੋਲ ਆਫ GDA ਇਨ ਪੇਸ਼ੈਂਟ ਕੇਅਰ ਦਾ ਮਤਲਬ ਹੈ ਕਿ ਇੱਕ GDA ਜਾਂ PCA ਦਾ ਪੇਸ਼ੈਂਟ ਦੀ ਕੇਅਰ ਕਰਨ ਵਿੱਚ ਕੀ ਅਹਿਮ ਯੋਗਦਾਨ ਹੁੰਦਾ ਹੈ। ਮੈਂ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਾਂਗੀ ਕਿ GDA ਹੁੰਦਾ ਕੀ ਹੈ। ਬੱਚੋ, GDA ਜਾਂ PCA ਹੁੰਦਾ ਹੈ ਜਰਨਲ ਡਿਊਟੀ ਅਸਿਸਟੈਂਟ ਜਾਂ ਫਿਰ ਪੇਸ਼ੈਂਟ ਕੇਅਰ ਅਸਿਸਟੈਂਟ। ਇਸ ਦਾ ਮਤਲਬ ਹੁੰਦਾ ਹੈ ਕਿ ਉਹ ਵਿਅਕਤੀ, ਉਹ ਹੈਲਥ ਕੇਅਰ ਪ੍ਰੋਵਾਈਡਰ ਜੋ ਡਾਕਟਰ ਜਾਂ ਨਰਸਿਸ ਨੂੰ ਮਰੀਜ਼ ਦੀ ਕੇਅਰ ਕਰਨ ਵਿੱਚ ਮਦਦ ਕਰਦਾ ਹੈ, ਉਸਨੂੰ ਅਸੀਂ ਕੀ ਕਹਿੰਦੇ ਹਾਂ? ਜਰਨਲ ਡਿਊਟੀ ਅਸਿਸਟੈਂਟ ਜਾਂ ਪੇਸ਼ੈਂਟ ਕੇਅਰ ਅਸਿਸਟੈਂਟ। ਅਸੀਂ ਅੱਜ 3 ਵਿਸ਼ਿਆਂ ਬਾਰੇ ਪੜ੍ਹਾਂਗੇ। ਪਹਿਲਾ ਵਿਸ਼ਾ ਹੈ ਰੋਲ ਐਂਡ ਫੰਕਸ਼ਨ ਆਫ ਪੇਸ਼ੈਂਟ ਕੇਅਰ ਅਸਿਸਟੈਂਟ, ਮਤਲਬ ਕਿ PCA ਜਾਂ GDA ਦੇ ਕੀ ਰੋਲ ਹਨ ਮਰੀਜ਼ ਨੂੰ ਦੀ ਕੇਅਰ ਦੇਣ ਵਿੱਚ। ਦੂਜੇ ਨੰਬਰ 'ਤੇ ਅਸੀਂ ਪੜ੍ਹਾਂਗੇ ਡੇਲੀ ਕੇਅਰ ਪਲਾਨ ਬਾਰੇ, ਜੋ ਵੀ ਰੋਜ਼ਾਨਾ ਦੀ ਅਸੀਂ ਮਰੀਜ਼ ਨੂੰ ਸੰਭਾਲ ਪ੍ਰੋਵਾਈਡ ਕਰਦੇ ਹਾਂ ਉਹਦੇ ਬਾਰੇ ਪੜ੍ਹਾਂਗੇ। ਅਤੇ ਮਰੀਜ਼ ਦੇ ਬੇਸਿਕ ਕੰਪੋਨੈਂਟਸ ਫੋਰ ਪੇਸ਼ੈਂਟ ਕੇਅਰ, ਇੱਕ ਮਰੀਜ਼ ਨੂੰ ਅਸੀਂ ਜਿਹੜੀ ਉਸਨੂੰ ਕੇਅਰ ਦਿੰਦੇ ਹਾਂ, ਦੇਖਭਾਲ ਦਿੰਦੇ ਹਾਂ, ਉਹਦੇ ਬੇਸਿਕ ਕੰਪੋਨੈਂਟਸ ਮਤਲਬ ਅਹਿਮ ਭਾਗ ਕੀ ਹਨ। ਇਹਨਾਂ ਟੌਪਿਕਸ ਬਾਰੇ ਅਸੀਂ ਅੱਜ ਪੜ੍ਹਾਂਗੇ। ਸਭ ਤੋਂ ਪਹਿਲਾਂ ਹੈ ਰੋਲ ਐਂਡ ਫੰਕਸ਼ਨਸ ਆਫ PCA, ਕਿ ਅਹਿਮ ਰੋਲ, ਅਹਿਮ ਯੋਗਦਾਨ ਅਤੇ ਕੰਮ ਕੀ ਹਨ ਇੱਕ PCA ਦੇ ਇੱਕ ਹੌਸਪੀਟਲ ਵਿੱਚ। ਸਭ ਤੋਂ ਪਹਿਲਾਂ ਹੈ ਅਸਿਸਟਸ ਇਨ ਟਰੀਟਮੈਂਟ, ਕਿ ਜੋ ਵੀ PCA ਹੁੰਦਾ ਹੈ ਉਹ ਡਾਕਟਰ ਜਾਂ ਨਰਸਿਸ ਦੀ ਹੈਲਪ ਕਰਦਾ ਹੈ ਪੇਸ਼ੈਂਟ ਨੂੰ ਟਰੀਟਮੈਂਟ ਪ੍ਰੋਵਾਈਡ ਕਰਨ ਵਿੱਚ। ਜਦੋਂ ਪੇਸ਼ੈਂਟ ਕੋਈ ਹੌਸਪੀਟਲ ਵਿੱਚ ਆ ਜਾਂਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਅਸੀਂ ਅਸੈਸਮੈਂਟ ਕਰਦੇ ਹਾਂ। ਅਸੈਸਮੈਂਟ ਵਿੱਚ ਅਸੀਂ ਕੀ ਕਰਦੇ ਹਾਂ? ਮਰੀਜ਼ ਦਾ ਅਸੀਂ ਉਸਦਾ TPR ਵਗੈਰਾ ਚੈੱਕ ਕਰਦੇ ਹਾਂ, ਉਸਦਾ ਹੈਡ ਟੂ ਟੋ ਐਗਜ਼ਾਮੀਨੇਸ਼ਨ ਕਰਦੇ ਹਾਂ। ਉਸ ਸਭ ਵਿੱਚ ਕੀ ਕਰਦਾ ਹੈ ਜੋ GDA ਹੈ ਉਹ ਮਦਦ ਕਰਦਾ ਹੈ। ਫਿਰ ਪੇਸ਼ੈਂਟ ਦੇ ਟਰੀਟਮੈਂਟ ਵਿੱਚ ਡਾਕਟਰ ਦੀ ਮਦਦ ਕਰਦਾ ਹੈ। ਦੈਨ ਸੈਕਿੰਡ ਨੰਬਰ 'ਤੇ ਆ ਜਾਂਦਾ ਹੈਲਪਸ ਇਨ ਪ੍ਰੀਵੈਂਸ਼ਨ, ਕਿ ਜਿਹੜੀ GDA ਹੈ ਉਹ ਹੈਲਪ ਕਰਦਾ ਹੈ ਡਾਕਟਰ ਅਤੇ ਨਰਸਿਸ ਨੂੰ ਅਸਿਸਟ ਕਰਾਉਂਦਾ ਹੈ ਕਿ ਬਿਮਾਰੀਆਂ ਨੂੰ ਰੋਕਣ ਵਿੱਚ ਵੀ। ਨੈਕਸਟ ਹੈ ਪ੍ਰੋਵਾਈਡ ਸਰਵਿਸਿਸ ਰਿਗਾਰਡਿੰਗ ਰੀਹੈਬਿਲਿਟੇਸ਼ਨ। ਰੀਹੈਬਿਲਿਟੇਸ਼ਨ ਦਾ ਮਤਲਬ ਹੁੰਦਾ ਹੈ ਬੱਚਿਓ ਮੁੜ ਵਸੇਬਾ। ਮੁੜ ਵਸੇਬੇ ਦਾ ਮਤਲਬ ਆ ਕਿ ਜਿਵੇਂ ਕੋਈ ਮਰੀਜ਼ ਦਾ ਮੰਨ ਲਓ ਕੋਈ ਐਕਸੀਡੈਂਟ ਹੋ ਗਿਆ ਜਾਂ ਕਿਸੇ ਉਹਨੂੰ ਕੋਈ ਬਿਮਾਰੀ ਆ ਗਈ, ਦੁਬਾਰਾ ਉਹਨੂੰ ਮੁੜ ਪਹਿਲਾਂ ਵਾਲੀ ਕੰਡੀਸ਼ਨ ਵਿੱਚ ਲਿਆਉਣਾ, ਉਹਨੂੰ ਉਸ ਕੰਮ ਕਰਨ ਦੇ ਯੋਗ ਬਣਾਉਣਾ, ਉਹਦੇ ਵਿੱਚ ਵੀ ਇੱਕ GDA ਜਾਂ PCA ਜੋ ਹੈ ਉਹ ਡਾਕਟਰ ਅਤੇ ਨਰਸਿਸ ਦੀ ਹੈਲਪ ਕਰਦਾ ਹੈ, ਉਹਨਾਂ ਨੂੰ ਅਸਿਸਟ ਕਰਦਾ ਹੈ ਕਿ ਉਹ ਪੇਸ਼ੈਂਟ ਨੂੰ ਪਹਿਲਾਂ ਵਾਲੀ ਕੰਡੀਸ਼ਨ ਵਿੱਚ ਲਿਆ ਪਾਉਣ। ਨੈਕਸਟ ਹੈ ਪ੍ਰੋਵਾਈਡ ਸਰਵਿਸਿਸ ਰਿਗਾਰਡਿੰਗ ਰੀਹੈਬਿਲਿਟੇਸ਼ਨ। ਹਾਂਜੀ, ਇਹ ਹੋ ਗਿਆ। ਨੈਕਸਟ ਹੈ ਐਮਰਜੈਂਸੀ ਸਰਵਿਸਿਸ। ਐਮਰਜੈਂਸੀ ਸਰਵਿਸਿਸ ਹੁੰਦੀਆਂ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਟਾਈਮ ਕੋਈ ਵੀ ਐਮਰਜੈਂਸੀ ਪੈ ਜਾਂਦੀ ਜਾਂ ਹੌਸਪੀਟਲ ਵਿੱਚ ਕੋਈ ਐਮਰਜੈਂਸੀ ਆ ਜਾਂਦੀ ਹੈ, ਦੈਨ PCA ਦਾ, GDA ਦਾ ਇਹ ਮੇਨ ਉਹਦਾ ਇਹ ਮਕਸਦ ਹੁੰਦਾ ਹੈ, ਪਹਿਲਾ ਕੰਮ ਹੁੰਦਾ ਹੈ, ਪ੍ਰਾਇਓਰਿਟੀ ਇਹ ਹੁੰਦੀ ਹੈ ਕਿ ਉਸ ਨੇ ਉਸ ਟਾਈਮ 'ਤੇ ਡਾਕਟਰ ਅਤੇ ਨਰਸਿਸ ਦੀ ਹੈਲਪ ਕਰਨੀ ਹੈ ਮਰੀਜ਼ ਦੀ ਕੇਅਰ ਕਰਨ ਵਿੱਚ। ਤੁਸੀਂ ਜਿਵੇਂ ਕਿ ਤੁਸੀਂ ਇਸ ਪਿਕਚਰ ਵਿੱਚ ਵੇਖ ਸਕਦੇ ਹੋ ਕਿ ਇੱਕ GDA ਜਾਂ PCA ਜੋ ਹੈ ਉਹ ਸਰਵਿਸਿਸ ਪ੍ਰੋਵਾਈਡ ਕਰ ਰਿਹਾ ਹੈ, ਇੱਕ ਪੇਸ਼ੈਂਟ ਨੂੰ ਕੀ ਕਰ ਰਿਹਾ, ਉਸਦਾ TPR ਚੈੱਕ ਕਰ ਰਿਹਾ ਹੈ, ਠੀਕ ਹੈ, ਉਹਦੇ ਵਿੱਚ ਅਸਿਸਟ ਕਰਵਾ ਰਿਹਾ ਡਾਕਟਰ ਨੂੰ। ਇਸੇ ਤਰ੍ਹਾਂ ਹੀ ਜਿਹੜਾ ਇੱਕ GDA ਹੈ ਉਸਦੀ ਇਹ ਜਿਹੜੇ ਆ ਮੇਨ ਇਹ ਕੰਮ ਹੁੰਦੇ ਹਨ। ਨੈਕਸਟ ਹੈ ਬੇਟੇ ਡੇਲੀ ਕੇਅਰ ਪਲਾਨ, ਮਤਲਬ ਇੱਕ ਮਰੀਜ਼ ਨੂੰ ਉਸ ਨੂੰ ਰੋਜ਼ਾਨਾ ਦੀ ਟਰੀਟਮੈਂਟ ਦੇਣ ਵਿੱਚ, ਰੋਜ਼ਾਨਾ ਦੀ ਕੇਅਰ ਦੇਣ ਲਈ ਅਸੀਂ ਇੱਕ ਪਲਾਨ ਬਣਾਉਂਦੇ ਹਾਂ, ਮਤਲਬ ਇੱਕ ਯੋਜਨਾ ਬਣਾਉਂਦੇ ਹਾਂ ਕਿ ਕਿਵੇਂ ਅਸੀਂ ਉਸਨੂੰ ਕਿਸੇ ਪ੍ਰੋਬਲਮ ਨੂੰ ਠੀਕ ਕਰਨਾ ਹੈ, ਕਿਵੇਂ ਉਸਦੀ ਕਿਸੇ ਇਲਨੈਸ ਨੂੰ ਸਹੀ ਕਰਨਾ ਹੈ, ਉਹਦੇ ਰਿਗਾਰਡਿੰਗ ਅਸੀਂ ਇੱਕ ਪਲਾਨ ਬਣਾਉਂਦੇ ਹਾਂ। ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈ ਅਸੈਸਮੈਂਟ। ਅਸੈਸਮੈਂਟ ਬੇਟੇ 2 ਤਰ੍ਹਾਂ ਦੀ ਹੋ ਸਕਦੀ ਹੈ, ਸਬਜੈਕਟਿਵ ਵੀ ਹੋ ਸਕਦੀ ਹੈ ਅਤੇ ਓਬਜੈਕਟਿਵ ਵੀ।
ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਬਜੈਕਟਿਵ ਵਿੱਚ ਕੀ ਹੁੰਦਾ ਹੈ। ਸਬਜੈਕਟਿਵ ਅਸੈਸਮੈਂਟ ਵਿੱਚ ਅਸੀਂ ਡਾਟਾ ਇਕੱਠਾ ਕਰਦੇ ਹਾਂ। ਕਿਵੇਂ? ਅਸੀਂ ਉਹ ਡਾਟਾ ਇਕੱਠਾ ਕਰਦੇ ਹਾਂ ਮਰੀਜ਼ ਤੋਂ ਪੁੱਛ ਕੇ, ਉਹਦੇ ਬਾਰੇ ਉਹਦੀ ਜਾਣਕਾਰੀ ਲੈ ਕੇ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਉਸਨੂੰ ਉਸਦੇ ਜਦੋਂ ਮਰੀਜ਼ ਹੋਸਪਿਟਲ ਵਿੱਚ ਆਉਂਦਾ ਹੈ, ਅਸੀਂ ਉਸਨੂੰ ਸਾਰਾ ਪੁੱਛਦੇ ਹਾਂ ਕਿ ਜਿਵੇਂ ਉਸਦੀ ਫੈਮਿਲੀ ਬੈਕਗਰਾਊਂਡ ਬਾਰੇ ਪੁੱਛਾਂਗੇ, ਬਾਕੀ ਉਹਦੇ ਬਾਰੇ ਪੁੱਛਾਂਗੇ ਜਿਵੇਂ ਕਿ ਤੁਹਾਨੂੰ ਕੋਈ ਪਹਿਲੇ ਬਿਮਾਰੀ ਤਾਂ ਨਹੀਂ ਸੀ, ਕੋਈ ਤੁਸੀਂ BP ਜਾਂ ਸ਼ੂਗਰ ਦੀ ਕੋਈ ਮੈਡੀਸਿਨ ਤਾਂ ਨਹੀਂ ਖਾਂਦੇ, ਮਤਲਬ ਇਸ ਤਰ੍ਹਾਂ ਦੀ ਅਸੀਂ ਉਹਦੀ ਉਹ ਸਾਰੀ ਜਾਣਕਾਰੀ ਲਵਾਂਗੇ। ਮਰੀਜ਼ ਤੋਂ ਵੀ ਲਵਾਂਗੇ ਅਤੇ ਉਸਦੇ ਫੈਮਿਲੀ ਮੈਂਬਰ ਜਾਂ ਰਿਲੇਟਿਵ ਜੋ ਵੀ ਨਾਲ ਫਰੈਂਡਸ ਵਗੈਰਾ ਆਏ ਹੋਣਗੇ ਉਹਨਾਂ ਤੋਂ ਪੁੱਛਾਂਗੇ। ਅਤੇ ਸੈਕਿੰਡ ਨੰਬਰ 'ਤੇ ਹੁੰਦਾ ਓਬਜੈਕਟਿਵ। ਓਬਜੈਕਟਿਵ ਹੁੰਦਾ ਜਿਵੇਂ ਅਸੀਂ ਉਸਦਾ ਖੁਦ ਅਸੀਂ ਕਰਦੇ ਹਾਂ TPR ਵਗੈਰਾ ਚੈੱਕ ਕਰਦੇ, ਵਾਈਟਲ ਸਾਇੰਸ ਚੈੱਕ ਕਰਦੇ ਹਾਂ। ਵਾਈਟਲ ਸਾਇੰਸ ਚੈੱਕ ਕਰਕੇ ਅਸੀਂ ਉਹਦੇ ਤੋਂ ਅਸੀਂ ਉਹ ਮਰੀਜ਼ ਦੀ ਅਸੈਸਮੈਂਟ ਕਰਦੇ ਹਾਂ। ਅਸੈਸਮੈਂਟ ਵਿੱਚ ਕੀ ਹੁੰਦਾ ਆ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇਹ ਪਤਾ ਲੱਗ ਜਾਵੇ ਕਿ ਮਰੀਜ਼ ਨੂੰ ਕੀ ਬਿਮਾਰੀ ਹੈ, ਉਹਦੀ ਐਗਜ਼ੈਕਟ ਡਾਇਗਨੋਸ ਕਰਨ ਦੀ ਕੋਸ਼ਿਸ਼ ਕਰਦੇ। ਇਹਦੇ ਵਿੱਚ ਸਿਰਫ ਅਸੀਂ ਅਸੈਸਮੈਂਟ ਕਰਦੇ ਹਾਂ ਪਹਿਲੇ ਅਸੀਂ ਪੜਾਅ ਵਿੱਚ। ਸੈਕਿੰਡ ਪੜਾਅ ਆ ਜਾਂਦਾ ਇਹਦਾ ਆਈਡੈਂਟੀਫਿਕੇਸ਼ਨ ਆਫ ਪ੍ਰੋਬਲਮ, ਕਿ ਪਹਿਲੇ ਤਾਂ ਅਸੀਂ ਅਸੈਸਮੈਂਟ ਕੀਤੀ ਸੀ ਪਹਿਲੇ ਪੜਾਅ ਵਿੱਚ। ਪਹਿਲੇ ਸਟੈਪ 'ਚ ਅਸੀਂ ਕੀ ਕੀਤਾ ਸੀਗਾ, ਅਸੈਸਮੈਂਟ ਕੀਤੀ, ਉਹਦਾ ਸਬਜੈਕਟਿਵ ਡਾਟਾ ਲਿਆ, ਓਬਜੈਕਟਿਵ ਡਾਟਾ ਲਿਆ, ਪੇਸ਼ੈਂਟ ਤੋਂ ਪੁੱਛਿਆ, ਉਹਦੇ ਰਿਲੇਟਿਵਸ ਤੋਂ ਪੁੱਛਿਆ। ਫਿਰ ਅਸੀਂ ਕੀ ਕੀਤਾ, ਅਸੀਂ ਆਪਣੇ ਤੌਰ 'ਤੇ ਅਸੀਂ ਉਸ ਪੇਸ਼ੈਂਟ ਦੇ ਵਾਈਟਲ ਸਾਇੰਸ ਚੈੱਕ ਕੀਤੇ, ਉਹਦਾ ਹੈਡ ਟੂ ਟੋ ਐਗਜ਼ਾਮੀਨੇਸ਼ਨ ਕੀਤਾ। ਅਸੀਂ ਇਹ ਸਾਰਾ ਕੁਛ ਮਤਲਬ ਸਾਰਾ ਡਾਟਾ ਇਕੱਠਾ ਕਰਕੇ ਫਿਰ ਅਸੀਂ ਇੱਕ ਪ੍ਰੋਬਲਮ ਲੱਭੀ ਕਿ ਹਾਂ ਇਹ ਪੇਸ਼ੈਂਟ ਨੂੰ ਇਹ ਬਿਮਾਰੀ ਹੈ। ਠੀਕ ਆ, ਉਹ ਹੁੰਦਾ ਆਈਡੈਂਟੀਫਿਕੇਸ਼ਨ ਆਫ ਪ੍ਰੋਬਲਮ, ਕਿ ਸਾਨੂੰ ਮੇਨ ਪ੍ਰੋਬਲਮ ਦਾ ਪਤਾ ਚੱਲ ਗਿਆ ਕਿ ਇਹ ਮੇਨ ਪ੍ਰੋਬਲਮ। ਦੈਨ ਉਸ ਤੋਂ ਬਾਅਦ ਥਰਡ ਸਟੈਪ ਆ ਜਾਂਦਾ ਪਲੈਨਿੰਗ। ਜਦੋਂ ਸਾਨੂੰ ਪ੍ਰੋਬਲਮ ਦਾ ਪਤਾ ਲੱਗ ਗਿਆ ਫਿਰ ਅਸੀਂ ਪਲਾਨ ਕਰਦੇ ਹਾਂ ਕਿ ਹੁਣ ਅਸੀਂ ਇਹ ਮਤਲਬ ਜੋ ਆ ਕਿ ਹੁਣ ਇਹ ਮਰੀਜ਼ ਨੂੰ ਇਹ ਬਿਮਾਰੀ ਹੈ, ਅਸੀਂ ਇਹਨੂੰ ਇਹ ਕੇਅਰ ਜਾਂ ਇਹ ਦਵਾਈ ਦੇਵਾਂਗੇ ਜਿਹਦੇ ਨਾਲ ਇਹ ਠੀਕ ਹੋ ਜਾਏਗਾ। ਨੈਕਸਟ ਅੱਗੇ ਆ ਗਿਆ ਇੰਪਲੀਮੈਂਟੇਸ਼ਨ। ਇੰਪਲੀਮੈਂਟੇਸ਼ਨ ਵਿੱਚ ਕੀ ਹੁੰਦਾ ਕਿ ਅਸੀਂ ਉਹ ਚੀਜ਼ ਨੂੰ ਇੰਪਲੀਮੈਂਟ ਕਰਤਾ, ਮਤਲਬ ਜੋ ਅਸੀਂ ਸੋਚਿਆ ਸੀ ਪਲਾਨ ਵਿੱਚ ਉਹ ਅਸੀਂ ਉਸਨੂੰ ਮਰੀਜ਼ ਨੂੰ ਦੇਤਾ। ਮੰਨ ਲਓ ਇਹਦੇ ਵਿੱਚ ਇੱਕ ਐਗਜ਼ਾਮਪਲ ਇੱਥੇ ਮੈਂ ਦੇਣਾ ਚਾਹਾਂਗੀ। ਮੰਨ ਲਓ ਇੱਕ ਮਰੀਜ਼ ਆਇਆ ਤੁਹਾਡੇ ਕੋਲ ਹੋਸਪਿਟਲ ਵਿੱਚ, ਠੀਕ ਹੈ, ਉਹਨੂੰ ਫੀਵਰ ਸੀਗਾ ਤੁਹਾਡੇ ਕੋਲ ਜਦੋਂ ਆਇਆ। ਤੁਹਾਨੂੰ ਕਿਵੇਂ ਪਤਾ ਲੱਗੇਗਾ ਫੀਵਰ? ਅਸੀਂ ਸਭ ਤੋਂ ਪਹਿਲਾਂ ਉਸਦੇ ਵਾਈਟਲ ਸਾਈਨ ਚੈੱਕ ਕੀਤੇ। ਜਦੋਂ ਅਸੀਂ ਉਹਦੇ ਵਾਈਟਲ ਸਾਈਨ ਚੈੱਕ ਕਰਾਂਗੇ ਉਹ ਉਹਦੇ ਵਿੱਚ ਆ ਜਾਏਗਾ ਅਸੈਸਮੈਂਟ ਵਿੱਚ। ਜਦੋਂ ਉਸਦੇ ਅਸੀਂ ਫੀਵਰ ਚੈੱਕ ਕਰਾਂਗੇ ਅਤੇ ਉਹ ਅਸੈਸਮੈਂਟ ਵਾਲਾ ਸਾਡਾ ਸਟੈਪ ਫਸਟ ਹੋ ਜਾਏਗਾ। ਸੈਕਿੰਡ ਆਈਡੈਂਟੀਫਿਕੇਸ਼ਨ ਆਫ ਪ੍ਰੋਬਲਮ, ਜਦੋਂ ਅਸੀਂ ਉਹਦੇ ਫਸਟ ਨੰਬਰ 'ਤੇ ਅਸੀਂ ਚੈੱਕ ਕਰ ਲਏ ਉਹਦੇ ਵਾਈਟਲ ਸਾਇੰਸ, ਸੈਕਿੰਡ ਨੰਬਰ 'ਤੇ ਆਈਡੈਂਟੀਫਿਕੇਸ਼ਨ ਆਫ ਪ੍ਰੋਬਲਮ ਹੋ ਗਈ ਕਿ ਸਾਨੂੰ ਪਤਾ ਚੱਲ ਗਿਆ ਕਿ ਇਹਨੂੰ ਫੀਵਰ ਆ। ਥਰਡ ਨੰਬਰ 'ਤੇ ਪਲੈਨਿੰਗ, ਫਿਰ ਅਸੀਂ ਪਲਾਨ ਕਰਾਂਗੇ ਕਿ ਅਸੀਂ ਇਸਨੂੰ ਕੋਲਡ ਸਪੰਜਿੰਗ ਦੇਵਾਂਗੇ ਅਤੇ ਨਾਲ ਅਸੀਂ ਇਸਨੂੰ ਟੈਬਲੇਟ ਦੇ ਦਾਂਗੇ ਪੈਰਾਸੀਟਾਮੋਲ। ਠੀਕ ਆ, ਕੋਲਡ ਸਪੰਜਿੰਗ ਹੁੰਦਾ ਬੇਟੇ ਠੰਡੇ ਪਾਣੀ ਦੀਆਂ ਪੱਟੀਆਂ ਜਿਹੜੀਆਂ ਅਸੀਂ ਜਦੋਂ ਜ਼ਿਆਦਾ ਬੁਖਾਰ ਹੋ ਜਾਂਦਾ ਅਤੇ ਆਮ ਹੀ ਘਰਾਂ ਵਿੱਚ ਰੱਖੀਆਂ ਜਾਂਦੀਆਂ ਸਿਰ ਦੇ ਉੱਪਰ, ਉਹਨੂੰ ਅਸੀਂ ਕਹਿੰਦੇ ਕੋਲਡ ਸਪੰਜਿੰਗ। ਅਤੇ ਇਹ ਪਲੈਨਿੰਗ ਹੋ ਗਈ ਸਾਡੀ ਥਰਡ ਸਟੈਪ, ਕਿ ਅਸੀਂ ਪਹਿਲੇ ਸਾਨੂੰ ਪਤਾ ਚੱਲ ਗਿਆ ਕਿ ਅਸੀਂ ਉਹਨੂੰ ਚੈੱਕ ਕੀਤਾ, ਫਿਰ ਸਾਨੂੰ ਪਤਾ ਚੱਲ ਗਿਆ ਕਿ ਇਹਨੂੰ ਫੀਵਰ ਹੈ। ਫਿਰ ਅਸੀਂ ਪਲਾਨ ਕਰ ਲਿਆ ਕਿ ਅਸੀਂ ਇਸ ਨੂੰ ਕੋਲਡ ਸਪੰਜਿੰਗ ਦੇਵਾਂਗੇ, ਨਾਲ ਪੈਰਾਸੀਟਾਮੋਲ ਦੀ ਇੱਕ ਟੈਬਲੇਟ ਦੇ ਦਾਂਗੇ। ਫੋਰਥ ਨੰਬਰ 'ਤੇ ਇੰਪਲੀਮੈਂਟੇਸ਼ਨ, ਕਿ ਫਿਰ ਅਸੀਂ ਉਹ ਟੈਬਲੇਟ ਉਸ ਪੇਸ਼ੈਂਟ ਨੂੰ ਦੇ ਦਿੱਤੀ, ਉਹਨੂੰ ਅਸੀਂ ਕੋਲਡ ਸਪੰਜਿੰਗ ਕਰਵਾਤੀ, ਮਤਲਬ ਉਹਨੂੰ ਠੰਡੇ ਪਾਣੀ ਦੀਆਂ ਪੱਟੀਆਂ ਜਿਹੜੀਆਂ ਸੀ ਉਹ ਰਖਵਾ ਦਿੱਤੀਆਂ। ਲਾਸਟ ਸਟੈਪ ਹੁੰਦਾ ਅਵੈਲੂਏਸ਼ਨ। ਅਵੈਲੂਏਸ਼ਨ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਅਵੈਲੂਏਸ਼ਨ ਨਹੀਂ ਕਰਾਂਗੇ ਤਾਂ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਜੋ ਅਸੀਂ ਕੇਅਰ ਮਰੀਜ਼ ਨੂੰ ਦਿੱਤੀ ਹੈ ਉਹ ਸਾਡੀ ਸਫਲ ਹੋਈ ਹੈ ਕਿ ਨਹੀਂ, ਉਹਨੂੰ ਉਸਦੇ ਨਾਲ ਕੋਈ ਅਸਰ ਮਤਲਬ ਮਰੀਜ਼ ਠੀਕ ਹੋਇਆ ਹੈ ਜਾਂ ਨਹੀਂ। ਲਾਸਟ ਸਟੈਪ ਬਹੁਤ ਹੀ ਜ਼ਰੂਰੀ ਅਵੈਲੂਏਸ਼ਨ ਵਾਲਾ, ਅਸੀਂ ਕੀ ਕਰਾਂਗੇ ਲਾਸਟ 'ਤੇ ਉਸਨੂੰ ਕੇਅਰ ਦੇ ਕੇ ਅਸੀਂ ਮੁਲਾਂਕਣ ਕਰਾਂਗੇ, ਅਸੀਂ ਇਹ ਚੈੱਕ ਕਰਾਂਗੇ ਕਿ ਹਾਂ ਉਹ ਮਰੀਜ਼ ਜੋ ਹੈ ਉਹ ਜੋ ਅਸੀਂ ਉਹਨੂੰ ਕੇਅਰ ਦਿੱਤੀ ਸੀ, ਕੋਲਡ ਸਪੰਜਿੰਗ ਦਿੱਤੀ ਸੀ, ਟੈਬਲੇਟ ਦਿੱਤੀ ਸੀ, ਉਹਦੇ ਨਾਲ ਉਹਦਾ ਫੀਵਰ ਉਤਰਿਆ ਹੈ ਕਿ ਨਹੀਂ। ਇਹ ਹੁੰਦਾ ਹੈ ਮੁਲਾਂਕਣ। ਠੀਕ ਹੈ ਬੇਟੇ, ਇਹ ਮਤਲਬ ਬਹੁਤ ਹੀ ਇੰਪੋਰਟੈਂਟ ਹੈ ਇਸ ਚੀਜ਼ ਨੂੰ ਸਮਝਣਾ ਕਿ ਲਾਸਟ ਵਿੱਚ ਐਵੈਲੂਏਸ਼ਨ ਕਰਨਾ ਬਹੁਤ ਹੀ ਜ਼ਰੂਰੀ ਹੈ ਸਾਡੇ ਵਾਸਤੇ। ਤੁਸੀਂ ਜਿਵੇਂ ਕਿ ਆਹ ਵੇਖੋ, ਸਭ ਤੋਂ ਪਹਿਲਾਂ ਅਸੀਂ ਆਉਂਦਾ ਹੈ ਮੁਲਾਂਕਣ। ਇਹ ਕੇਅਰ ਪਲਾਨ ਦਾ ਪੂਰਾ ਸਾਡੇ ਕੋਲ ਸਟੈਪਸ ਨੇ। ਸੈਕਿੰਡ ਹੈਗਾ ਵਾ ਬਿਮਾਰੀ ਦੀ ਪਛਾਣ। ਫਿਰ ਥਰਡ ਆਉਂਦਾ ਹੈ ਯੋਜਨਾ ਸੰਬੰਧੀ ਦਖਲ, ਮਤਲਬ ਅਸੀਂ ਯੋਜਨਾ ਬਣਾ ਲਈ, ਫਿਰ ਉਹਨਾਂ ਲਾਗੂ ਕਰਨਾ ਕਿ ਅਸੀਂ ਉਸ ਯੋਜਨਾ ਨੂੰ ਲਾਗੂ ਕਰਤਾ। ਲਾਸਟ ਆਉਂਦਾ ਸਾਡਾ ਕਾਰਵਾਈ ਦਾ ਨਿਤਾਰਾ ਜਾਂ ਸਿੱਟਾ, ਕਿ ਸਾਡਾ ਸਿੱਟਾ ਕੀ ਨਿਕਲਿਆ ਉਸ ਚੀਜ਼ ਦਾ।
ਇਹ ਪੂਰਾ ਬੇਟੇ ਆਉਂਦਾ ਕੇਅਰ ਪਲਾਨ ਦੇ ਵਿੱਚ। ਨੈਕਸਟ ਸਾਡਾ ਟੌਪਿਕ ਹੈਗਾ ਬੇਸਿਕ ਕੰਪੋਨੈਂਟਸ ਫॉर ਪੇਸ਼ੈਂਟਸ ਕੰਫਰਟ, ਕਿ ਇੱਕ ਮਰੀਜ਼ ਦੀ ਇੱਕ ਹੌਸਪੀਟਲ ਵਿੱਚ ਉਹਨੂੰ ਕੰਫਰਟ ਦਿਵਾਉਣ ਵਾਸਤੇ, ਉਹਨੂੰ ਆਰਾਮਦਾਇਕ ਮਾਹੌਲ ਪ੍ਰਦਾਨ ਕਰਨ ਵਾਸਤੇ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਹੋਣੀਆਂ ਚਾਹੀਦੀਆਂ ਆ। ਬੇਸਿਕ ਕੰਪੋਨੈਂਟਸ ਹੁੰਦੇ, ਅਹਿਮ ਭਾਗ ਕੀ ਹੋਣੇ ਚਾਹੀਦੇ ਆ। ਵੇਖੋ, ਸਭ ਤੋਂ ਪਹਿਲਾਂ ਹੈਗਾ ਪ੍ਰੋਪਰ ਵੈਂਟੀਲੇਸ਼ਨ, ਕਿ ਹੌਸਪੀਟਲਸ ਦੇ ਰੂਮ ਵਿੱਚ ਪ੍ਰੋਪਰ ਵੈਂਟੀਲੇਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ। ਰੂਮਸ ਹਵਾਦਾਰ ਹੋਣੇ ਚਾਹੀਦੇ ਆ। ਰਿਕੁਆਇਰਡ ਹਿਊਮਿਡਿਟੀ, ਕਿ ਜਿੰਨੀ ਜੋ ਵੀ ਪੇਸ਼ੈਂਟ ਦਾ ਜਿੱਥੇ ਪੇਸ਼ੈਂਟ ਰਹਿ ਰਿਹਾ ਉਹ ਰੂਮ ਜਿਹੜਾ ਪ੍ਰੋਪਰ ਉਹਦੇ 'ਚ ਨਮੀ, ਪੂਰੀ ਨਮੀ ਦੀ ਮਾਤਰਾ ਸਹੀ ਹੋਣੀ ਚਾਹੀਦੀ ਆ। ਹਵਾ ਦੀ ਮਾਤਰਾ ਸਹੀ ਹੋਣੀ ਚਾਹੀਦੀ, ਕ੍ਰੋਸ ਵੈਂਟੀਲੇਸ਼ਨ ਹੋਣੀ ਚਾਹੀਦੀ ਆ। ਪੀਸਫੁਲ ਐਟਮੋਸਫੇਅਰ, ਕਿ ਜਿਹੜਾ ਇਨਵਾਇਰਮੈਂਟ ਆ ਆਸ ਪਾਸ ਦਾ ਆਲਾ ਦੁਆਲਾ ਮਾਹੌਲ ਆ ਉਹ ਸ਼ਾਂਤਮਈ ਹੋਣਾ ਚਾਹੀਦਾ। ਕਿਉਂਕਿ ਬੇਟੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜੋ ਮਰੀਜ਼ ਹੈ ਜੋ ਹੌਸਪੀਟਲ 'ਚ ਆਉਂਦਾ ਉਹ ਆਲਰੇਡੀ ਬਹੁਤ ਜ਼ਿਆਦਾ ਇਰੀਟੇਟਡ ਹੁੰਦਾ ਆ, ਸਟਰੈਸ ਵਿੱਚ ਹੁੰਦਾ, ਦੁਖੀ ਹੁੰਦਾ, ਪਰੇਸ਼ਾਨ ਹੁੰਦਾ ਆ। ਅਤੇ ਜੇਕਰ ਉਸਨੂੰ ਅਸੀਂ ਹੌਸਪੀਟਲ ਵਿੱਚ ਇੱਦਾਂ ਦਾ ਸ਼ੋਰ ਸ਼ਰਾਬਾ ਇਨਵਾਇਰਮੈਂਟ ਉੱਦਾਂ ਦਾ ਦੇ ਦੇਂਗੇ ਤਾਂ ਉਹ ਮਰੀਜ਼ ਹੋਰ ਇਰੀਟੇਟ ਹੋ ਜਾਏਗਾ, ਹੋਰ ਪਰੇਸ਼ਾਨ ਹੋਏਗਾ। ਇਸ ਲਈ ਅਸੀਂ ਕੀ ਕਰਾਂਗੇ, ਉਸਨੂੰ ਜਿਹੜਾ ਉਸਦੇ ਆਲੇ ਦੁਆਲੇ ਦਾ ਮਾਹੌਲ ਆ ਉਹ ਸ਼ਾਂਤਮਈ ਹੋਏਗਾ। ਅਵੇਲੇਬਿਲਿਟੀ ਆਫ ਪ੍ਰੋਪਰ ਲਾਈਟ, ਪ੍ਰੋਪਰ ਪੇਸ਼ੈਂਟ ਦੇ ਰੂਮ ਵਿੱਚ ਪ੍ਰੋਪਰ ਅਵੇਲੇਬਿਲਿਟੀ ਆਫ ਲਾਈਟ ਪ੍ਰੋਪਰ ਹੋਣੀ ਚਾਹੀਦੀ ਹੈ। ਨੈਕਸਟ ਆ ਹਾਈਜੀਨਿਕ ਰੂਮ ਦੇ ਵਿੱਚ ਸਾਫ਼ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ। ਕੋਈ ਡਸਟ ਵਗੈਰਾ ਨਹੀਂ ਹੋਣੀ ਚਾਹੀਦੀ, ਹਰ ਇੱਕ ਚੀਜ਼ ਆਪਣੀ ਸਹੀ ਜਗ੍ਹਾ 'ਤੇ ਹੋਣੀ ਚਾਹੀਦੀ ਹੈ। ਨੈਕਸਟ ਹੈ ਕੰਫਰਟੇਬਲ ਬੈੱਡ, ਇਟ ਇਜ਼ ਵੈਰੀ ਇੰਪੋਰਟੈਂਟ ਫॉर ਆਲ ਦ ਪੇਸ਼ੈਂਟਸ, ਬਿਕਾਜ਼ ਜੇਕਰ ਪੇਸ਼ੈਂਟ ਦਾ ਬੈੱਡ ਹੀ ਕੰਫਰਟੇਬਲ ਨਹੀਂ ਹੋਏਗਾ ਤਾਂ ਪੇਸ਼ੈਂਟ ਕਦੀ ਵੀ ਕੰਫਰਟੇਬਲ ਫੀਲ ਨਹੀਂ ਕਰ ਪਾਏਗਾ। ਬੈੱਡ ਜੋ ਹੈ ਸਾਡਾ, ਉਹਦੀ ਪ੍ਰੋਪਰ ਬੈਡਿੰਗ ਹੋਣੀ ਚਾਹੀਦੀ ਆ। ਬੈੱਡ ਅਕੋਰਡਿੰਗ ਟੂ ਪੇਸ਼ੈਂਟ ਕੰਡੀਸ਼ਨ ਹੋਣਾ ਚਾਹੀਦਾ, ਮਤਲਬ ਕਿ ਜਿੱਦਾਂ ਦੀ ਕੰਡੀਸ਼ਨ ਵਿੱਚ ਪੇਸ਼ੈਂਟ ਹੈਗਾ ਵਾ ਉਵੇਂ ਦਾ ਹੀ ਬੈੱਡ ਜੋ ਆ ਉਹ ਪ੍ਰਪੇਅਰ ਕਰਨਾ ਚਾਹੀਦਾ ਸਾਨੂੰ। ਬੈੱਡ ਸ਼ੀਟਸ ਕਲੀਨ ਹੋਣੀਆਂ ਚਾਹੀਦੀਆਂ। ਪਿੱਲੋ, ਬੈਕ ਰੈਸਟ ਵਗੈਰਾ ਪ੍ਰੋਵਾਈਡ ਕਰਨੀ ਚਾਹੀਦੀ ਪੇਸ਼ੈਂਟ ਨੂੰ, ਤਾਂ ਕਿ ਪੇਸ਼ੈਂਟ ਨੂੰ ਕੋਈ ਵੀ ਹੌਸਪੀਟਲ ਵਿੱਚ ਉਹਨੂੰ ਜਿੰਨਾ ਟਾਈਮ ਵੀ ਉਹ ਰਹਿੰਦਾ ਕੋਈ ਪ੍ਰੋਬਲਮ ਨਾ ਆਵੇ, ਉਹਨੂੰ ਪ੍ਰੋਪਰ ਕੰਫਰਟ ਜੋ ਹੈ ਉਹ ਮਿਲੇ। ਨੈਕਸਟ ਮੈਂ ਤੁਹਾਨੂੰ ਇੱਕ ਪਿਕਰਸ ਦੇ 8 ਪ੍ਰਿੰਸੀਪਲਸ ਆ ਜਿਨ੍ਹਾਂ ਬਾਰੇ ਡਿਸਕਰਾਈਬ ਕਰਾਂਗੀ, ਤੁਹਾਨੂੰ ਇਹਦੇ ਬਾਰੇ ਸਮਝਾਵਾਂਗੀ ਕਿ ਇਹ ਕੀ ਆ। ਪਿਕਰਸ ਦੇ 8 ਪ੍ਰਿੰਸੀਪਲਸ ਨੇ। ਇਹ ਪਿਕਰਸ ਦੇ ਅਕੋਰਡਿੰਗ ਕਿ ਅਸੀਂ ਪੇਸ਼ੈਂਟ ਦੇ ਕੰਫਰਟ ਨੂੰ ਕਿਵੇਂ ਹੋਰ ਵਧਾ ਸਕਦੇ ਹਾਂ, ਇੱਕ ਮਰੀਜ਼ ਨੂੰ ਹੌਸਪੀਟਲ ਵਿੱਚ ਹੋਰ ਕਿਵੇਂ ਆਰਾਮਦਾਇਕ ਕੰਡੀਸ਼ਨ ਵਿੱਚ ਲਿਆ ਕੇ ਰੱਖ ਸਕਦੇ ਹਾਂ, ਉਹਦੇ ਵਾਸਤੇ ਪਿਕਰਸ ਨੇ 8 ਪ੍ਰਿੰਸੀਪਲਸ ਬਣਾਏ, ਆਪਣੇ ਸਿਧਾਂਤ ਬਣਾਏ ਨੇ 8। ਉਹਦੇ ਅਕੋਰਡਿੰਗ ਸਭ ਤੋਂ ਪਹਿਲਾਂ ਕੀ ਸਿਧਾਂਤ ਆ, ਰਿਸਪੈਕਟ ਫॉर ਪੇਸ਼ੈਂਟਸ ਪ੍ਰੈਫਰੈਂਸਿਸ। ਇਹਨਾਂ ਦੇ ਪਿਕਰਸ ਦੇ ਮੁਤਾਬਿਕ ਕਿ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਕਿ ਜੋ ਵੀ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਉਹਦੀਆਂ ਪ੍ਰੈਫਰੈਂਸਿਸ, ਉਸ ਪੇਸ਼ੈਂਟ ਦੀਆਂ ਜੋ ਵੀ ਨੀਡਸ ਨੇ ਉਹਨਾਂ ਨੂੰ ਆਪਾਂ ਸਭ ਤੋਂ ਪ੍ਰਾਇਓਰਿਟੀ ਬੇਸ 'ਤੇ ਲੈਣੀਆਂ। ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਸਮਝਣਾ ਵਾ, ਜੋ ਵੀ ਉਹ ਦੱਸ ਰਿਹਾ ਸਾਨੂੰ ਉਹਦੀਆਂ ਮੁਸ਼ਕਿਲਾਂ ਨੂੰ ਸਮਝਣਾ ਆ, ਉਹਨੂੰ ਅੰਡਰਸਟੈਂਡ ਕਰਨਾ ਆ, ਅਤੇ ਫਿਰ ਅਸੀਂ ਆਪਾਂ ਉਸਨੂੰ ਉਹਦੇ ਅਕੋਰਡਿੰਗ ਹੀ ਕੇਅਰ ਪ੍ਰੋਵਾਈਡ ਕਰਨੀ ਹੈ। ਸੈਕਿੰਡ ਨੰਬਰ 'ਤੇ ਕੋਆਰਡੀਨੇਸ਼ਨ ਐਂਡ ਇੰਟੀਗ੍ਰੇਸ਼ਨ ਆਫ ਕੇਅਰ, ਮਤਲਬ ਕਿ ਜੋ ਵੀ ਅਸੀਂ ਪੇਸ਼ੈਂਟ ਨੂੰ ਕੇਅਰ ਦੇ ਰਹੇ ਹਾਂ ਅਸੀਂ ਉਹਨੂੰ ਕੋਆਰਡੀਨੇਟ ਕਰਨਾ। ਕੋਆਰਡੀਨੇਟ ਕਿਵੇਂ ਮੀਨਸ ਉਹਦੇ ਕੋਲ ਪ੍ਰੋਪਰ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਨੀ ਕਿ ਉਹ ਪ੍ਰੋਪਰ ਸਾਨੂੰ ਦੱਸੇ, ਅਸੀਂ ਉਹਨੂੰ ਪ੍ਰੋਪਰ ਸ਼ੇਅਰ ਕਰੀਏ ਤਾਂ ਕਿ ਜੋ ਆ ਪ੍ਰੋਪਰ ਕੇਅਰ ਉਹਨੂੰ ਮਿਲ ਸਕੇ। ਨੈਕਸਟ ਹੈਗਾ ਇਨਫੋਰਮੇਸ਼ਨ ਐਂਡ ਐਜੂਕੇਸ਼ਨ। ਇਨਫੋਰਮੇਸ਼ਨ ਐਂਡ ਐਜੂਕੇਸ਼ਨ ਵਿੱਚ ਕੀ ਆ ਕਿ ਹਰ ਇੱਕ ਮਰੀਜ਼ ਆ ਜੋ ਵੀ ਸਾਡੇ ਕੋਲ ਹੌਸਪੀਟਲ ਵਿੱਚ ਆਉਂਦਾ ਉਹ ਇਸ ਚੀਜ਼ ਦਾ ਹੱਕਦਾਰ ਆ, ਉਹਦੇ ਰਿਲੇਟਿਵ ਇਸ ਚੀਜ਼ ਦੇ ਹੱਕਦਾਰ ਆ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਏ ਕਿ ਅਸੀਂ ਤੁਹਾਡਾ ਇਹ ਟਰੀਟਮੈਂਟ ਕਰ ਰਹੇ ਹਾਂ, ਤੁਹਾਡੇ ਪੇਸ਼ੈਂਟ ਦਾ ਇੰਨੀ ਪ੍ਰੋਗਰੈਸ ਹੋ ਗਈ, ਇੰਨਾ ਇਹ ਠੀਕ ਹੋ ਗਿਆ, ਇੰਨੇ ਟਾਈਮ 'ਚ ਇਹ ਠੀਕ ਹੋ ਜਾਏਗਾ। ਇਹ ਸਾਰਾ ਕੁਛ ਅਸੀਂ ਉਸਨੂੰ ਇਨਫੋਰਮ ਕਰਨਾ ਹੁੰਦਾ। ਇਨਫੋਰਮੇਸ਼ਨ ਅਤੇ ਐਜੂਕੇਸ਼ਨ ਇਹਦੇ ਬਾਰੇ ਦੇਣੀ ਹੁੰਦੀ ਹੈ ਤਾਂ ਕਿ ਉਹਨੂੰ ਆਪਣੀ ਫਿਜ਼ੀਕਲ ਕੰਡੀਸ਼ਨ ਬਾਰੇ ਪਤਾ ਚੱਲ ਸਕੇ। ਨੈਕਸਟ ਹੈਗਾ ਇਮੋਸ਼ਨਲ ਕੰਫਰਟ। ਦੇਖੋ ਬੱਚੇ, ਜਿਹੜਾ ਵੀ ਪੇਸ਼ੈਂਟ ਹੌਸਪੀਟਲ ਵਿੱਚ ਆਉਂਦਾ ਉਹ ਬਹੁਤ ਹੀ ਜ਼ਿਆਦਾ ਐਨਜ਼ਾਈਟੀ ਮਤਲਬ ਦੁਖੀ ਹੁੰਦਾ ਹੈ, ਤਕਲੀਫ 'ਚ ਹੁੰਦਾ ਹੈ, ਉਹਨੂੰ ਇੱਕ ਡਰ ਹੁੰਦਾ ਪਤਾ ਨਹੀਂ ਮੈਂ ਠੀਕ ਹੋਵਾਂਗਾ ਜਾਂ ਨਹੀਂ ਹੋਵਾਂਗਾ, ਠੀਕ ਆ। ਉਹ ਸਾਰਾ ਚੀਜ਼ ਨੂੰ ਅਸੀਂ ਦੂਰ ਕਰਨਾ ਹੁੰਦਾ ਆ, ਉਹਨੂੰ ਪ੍ਰੋਪਰ ਕੰਫਰਟ ਵਿੱਚ ਲਿਆਉਣਾ ਹੁੰਦਾ। ਅਸੀਂ ਉਹਦੇ ਹਰ ਇੱਕ ਡਰ ਨੂੰ ਦੂਰ ਕਰਨਾ, ਉਹਦੀਆਂ ਮਤਲਬ ਡਰ ਕਿਵੇਂ ਦੂਰ ਕਰਾਂਗੇ ਅਸੀਂ ਉਸਦੀਆਂ
ਥਾਊਟਸ ਜੋ ਵਿਚਾਰ ਅਸੀਂ ਉਸਦੇ ਸੁਣਾਂਗੇ, ਉਸਦੀਆਂ ਫੀਲਿੰਗਸ ਨੂੰ ਸੁਣਾਂਗੇ, ਫਿਰ ਅਸੀਂ ਉਹਨੂੰ ਸਮਝਾਵਾਂਗੇ ਕਿ ਨਹੀਂ ਤੂੰ ਇੱਦਾਂ ਜਲਦੀ ਠੀਕ ਹੋ ਜਾਏਗਾ, ਠੀਕ ਆ, ਇੱਦਾਂ ਤੇਰਾ ਟਰੀਟਮੈਂਟ ਚੱਲਦਾ ਪਿਆ ਆ। ਇਹ ਹੁੰਦਾ ਇਮੋਸ਼ਨਲ ਕੰਫਰਟ। ਅਸੀਂ ਇਮੋਸ਼ਨਲੀ ਸਟਰੋਂਗ ਕਰਾਂਗੇ ਉਸਨੂੰ। ਨੈਕਸਟ ਹੈਗਾ ਇਨਵੋਲਵਮੈਂਟ ਆਫ ਫੈਮਿਲੀ ਐਂਡ ਫਰੈਂਡਸ। ਅਸੀਂ ਕੀ ਕਰਾਂਗੇ ਕਿ ਜੋ ਪੇਸ਼ੈਂਟ ਹੋਸਪਿਟਲ ਵਿੱਚ ਆ ਗਿਆ ਉਹਦੀ ਕੇਅਰ ਨੂੰ, ਉਹਦੇ ਕੰਫਰਟ ਨੂੰ ਇੰਪਰੂਵ ਕਰਨ ਵਾਸਤੇ ਉਹਦੀ ਫੈਮਿਲੀ ਦੀ ਇਨਵੋਲਵਮੈਂਟ ਕਰਵਾਵਾਂਗੇ ਉਹਦੇ ਟਰੀਟਮੈਂਟ ਵਿੱਚ, ਉਹਦੇ ਫਰੈਂਡਸ ਨੂੰ ਗਾਈਡ ਕਰਾਂਗੇ, ਫੈਮਿਲੀ ਨੂੰ ਗਾਈਡ ਕਰਾਂਗੇ ਕਿ ਤੁਸੀਂ ਇਸ ਤਰ੍ਹਾਂ ਇਹਦਾ ਟਰੀਟਮੈਂਟ ਇਹ ਕੇਅਰ ਕਰ ਸਕਦੇ ਜੀ। ਨੈਕਸਟ ਹੈਗਾ ਕੰਟੀਨਿਊਟੀ ਐਂਡ ਟਰਾਂਜੀਸ਼ਨ। ਕੰਟੀਨਿਊਟੀ ਐਂਡ ਟਰਾਂਜੀਸ਼ਨ ਦਾ ਮਤਲਬ ਹੈ ਕਿ ਅਸੀਂ ਉਸਨੂੰ ਪੇਸ਼ੈਂਟ ਨੂੰ ਉਹਦੀ ਡਿਟੇਲ ਇਨਫੋਰਮੇਸ਼ਨ ਦੇਣੀ ਆ, ਉਹਨੂੰ ਅੰਡਰਸਟੈਂਡੇਬਲ ਇਨਫੋਰਮੇਸ਼ਨ ਦੇਣੀ, ਕਲੀਅਰ ਇਨਫੋਰਮੇਸ਼ਨ ਦੇਣੀ ਆ। ਮੀਨਸ ਉਹਦੀ ਮੈਡੀਕੇਸ਼ਨ ਬਾਰੇ, ਹਰ ਇੱਕ ਚੀਜ਼ ਬਾਰੇ ਉਹਨੂੰ ਕਲੀਅਰ ਕੱਟ ਇਨਫੋਰਮੇਸ਼ਨ ਦੇਵਾਂਗੇ, ਤਾਂ ਹੀ ਸਾਡਾ ਅਤੇ ਉਹਦੇ ਵਿੱਚ ਕੌਨਫੀਡੈਂਸ, ਇੱਕ ਪੇਸ਼ੈਂਟ ਅਤੇ ਇੱਕ ਹੈਲਥ ਕੇਅਰ ਪ੍ਰੋਵਾਈਡਰ ਦੇ ਵਿੱਚ ਇੱਕ ਕੌਨਫੀਡੈਂਸ਼ੀਅਲ ਰਿਲੇਸ਼ਨਸ ਪੈਦਾ ਹੋਣਗੇ। ਨੈਕਸਟ ਹੈ ਅਸੈਸ ਟੂ ਕੇਅਰ। ਅਸੈਸ ਟੂ ਕੇਅਰ ਦਾ ਮਤਲਬ ਇਹ ਆ ਕਿ ਹਮੇਸ਼ਾ ਹੀ ਜੋ ਇੱਕ ਪੇਸ਼ੈਂਟ ਆ ਉਸਨੂੰ ਕਿਵੇਂ ਦੀ ਕੇਅਰ, ਮਤਲਬ ਉਹਨੂੰ ਉਹਦੇ ਕੋਲ ਅਵੇਲੇਬਿਲਿਟੀ ਆਫ ਅਪਾਇੰਟਮੈਂਟ ਹੋਣੀ ਚਾਹੀਦੀ ਆ, ਅਵੇਲੇਬਿਲਿਟੀ ਆਫ ਮਤਲਬ ਹੋਣੀ ਚਾਹੀਦੀ ਆ ਟਰਾਂਸਪੋਰਟੇਸ਼ਨ, ਲੋਕੇਸ਼ਨ ਦੀ, ਮਤਲਬ ਹਰ ਇੱਕ ਚੀਜ਼ ਦੀ ਕਿ ਈਜ਼ੀਲੀ ਉਹ ਅਸੈਸ ਕਰ ਪਾਏ। ਜੋ ਵੀ ਪੇਸ਼ੈਂਟ ਆ ਉਹ ਈਜ਼ੀਲੀ ਹੈਲਥ ਕੇਅਰ ਸਰਵਿਸਿਸ ਨੂੰ ਅਸੈਸ ਕਰ ਪਾਏ, ਉਹ ਇਹਦੇ ਵਾਸਤੇ ਉਸ ਨੂੰ ਹਰ ਇੱਕ ਸਰਵਿਸਿਸ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਹਨ। ਇਹ ਸੀਗੇ 8 ਪ੍ਰਿੰਸੀਪਲਸ ਜਿਨ੍ਹਾਂ ਦੀ ਹੈਲਪ ਦੇ ਨਾਲ ਅਸੀਂ ਮਤਲਬ ਇਹ ਕਿਉਂ ਤੁਹਾਨੂੰ ਮੈਂ ਸਮਝਾਏ, ਇਸ ਲਈ ਸਮਝਾਏ ਕਿ ਇਹ ਸਾਰੇ ਪ੍ਰਿੰਸੀਪਲਸ ਦੇ ਅਕੋਰਡਿੰਗ ਅਗਰ ਅਸੀਂ ਚੱਲਾਂਗੇ ਤਾਂ ਪੇਸ਼ੈਂਟ ਦਾ ਜੋ ਹੋਸਪਿਟਲ ਵਿੱਚ ਰਹਿਣ ਦਾ ਕੰਫਰਟ ਆ ਹੋਰ ਇੰਪਰੂਵ ਹੋਏਗਾ, ਅਤੇ ਪੇਸ਼ੈਂਟ ਜੋ ਆ ਹੋਰ ਕੰਫਰਟੇਬਲੀ ਹੋਸਪਿਟਲ ਵਿੱਚ ਰਹਿ ਪਾਏਗਾ। ਪੇਸ਼ੈਂਟ ਹੋਸਪਿਟਲ ਦੀਆਂ ਗਾਈਡਲਾਈਨਸ ਨੂੰ, ਹਰ ਇੱਕ ਚੀਜ਼ ਨੂੰ ਪ੍ਰੋਪਰਲੀ ਉਹਨੂੰ ਅੰਡਰਸਟੈਂਡ ਕਰ ਪਾਏਗਾ। ਇਹ ਸੀਗੇ ਸਾਡੇ ਬੇਸਿਕ ਕੰਪੋਨੈਂਟਸ ਫੋਰ ਪੇਸ਼ੈਂਟ ਕੇਅਰ, ਕਿ ਮਰੀਜ਼ ਦੇ ਹੋਸਪਿਟਲ ਵਿੱਚ ਉਹਨੂੰ ਆਰਾਮਦਾਇਕ ਮਾਹੌਲ ਕਿਵੇਂ ਅਸੀਂ ਪ੍ਰਦਾਨ ਕਰ ਸਕਦੇ ਹਾਂ, ਉਹਦੇ ਬਾਰੇ ਸੀਗਾ ਇਹ ਸਾਰਾ। ਮੈਂ ਇਹ ਆਸ ਕਰਦੀ ਹਾਂ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਮੈਂ ਜੋ ਵੀ ਸਮਝਾਇਆ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਏਗਾ, ਅਤੇ ਸਾਰੇ ਹੀ ਬੱਚਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਥੈਂਕ ਯੂ ਸੋ ਮਚ।